सतनाम वाहेगुरु। वाहेगुरु नाम जहाज है, चढ़े सो उतरे पार। जो शरदा कर सेवंद, गुर पार उतारण हार। वाहेगुरु नाम जहाज है, चढ़े सो उतरे पार। जो शरदा कर सेवंदे, गुर पार उतारण हार। धन धन श्री गुरु ग्रंथ साहिब महाराज जी की पावन पवित्र हजूरी विच सभाईमान साध संगत जी जुड़ बैठे हो। गज वज के फतेह बुलाइए। वाहिगुरु जी का खालसा, वाहिगुरु जी की फतेह। गुरु रूप गुरु खालसा जी, अज धन धन श्री गुरु ग्रंथ साहिब जी दे पहले प्रकाश गुरपुरब नूं समर्पित अज सतगुरां दा पहला प्रकाश गुरपुरब है ते सारियां संगतां नूं प्रकाश गुरपुरब दीयां लख लख वधाइयां होण। जिन्हां नूं इह सुभागा समां मिलिया प्रकाश पुरब मनाउण दा, ये चंगे भाग ने गुरसिखां दे जिन्हां नूं गुरपुरब गुरु दियां कथा कहानियां सुनन दा समां मिलदा है ते गुरु जी दे प्रकाश दिन दा समां मिलदा। ये चंगे भाग ने जिन्हां नूं गुरु दा प्रकाश दिन सानूं प्राप्त होया है ते सारियां संगतां नूं प्रकाश गुरपुरब दीयां लख लख वधाइयां होण जी। थोड़ा जिहा समां 10 मिनट विचार प्रकाश पुरब दी कथा। पहला प्रकाश किथे होया ते जो पहले ग्रंथी साहिबान होए जिन्हां नूं इस सुभागा समां मिलिया ये प्रकाश पुरब मनाउण दा ते प्रकाश करन दा। गुरु प्यारिओ, आओ थोड़ा जिहा समां गुरु के चरणों में हाजरियां लवाइए ते सारियां संगतां नूं दस्सिया जाता है कि श्री गुरु ग्रंथ साहिब जी के पहले प्रकाश पुरब दीयां सारियां संगतां नूं लख लख वधाइयां होण। ते अज गुरु ग्रंथ साहिब जी का पहला प्रकाश है भाई। ते भाई गुरदास जी ने 1604 इनू मुकम्मल होया। उस उपरंत इस गुरु ग्रंथ साहिब जी का तत्करा अंकित करना शुरू होया ते 7000 शब्दां दे इस संग्रह विच उस समय 5 गुरुआं ते भारत के वख-वख सूबियां दे 15 भगतां दे सूफियां जिन्हां विच बाबा शेख फरीद जी ते भगत कबीर जी ते भगत रविदास जी शामिल हैं, जिन्हां दी बाणी इस पवित्र ग्रंथ विच 974 अंग सन ते जिन्हां दे 1948 पन्ने बनते हैं ते इन्हां विच कई खाली पन्ने भी सन उस समय।
ਉਹ ਜਗ੍ਹਾ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗ੍ਰੰਥ ਦਾ ਸਕਲਨ ਕੀਤਾ, ਤੇ ਉੱਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਬਾਣੀ ਕਿਸੇ ਆਮ ਨੇ ਨਹੀਂ ਲਿਖੀ, ਇਹ ਗੁਰੂਆਂ ਨੇ ਧੁਰ ਤੋਂ ਲਿਆਂਦੀ ਹੈ ਤੇ ਸਾਡੀ ਝੋਲੀ ਵਿੱਚ ਪਾ ਕੇ ਆਪ ਸੰਸਾਰ ਤੋਂ ਚਲੇ ਗਏ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਜੇ ਬਾਣੀ ਅਸੀਂ ਧੁਰ ਦਰਗਾਹ ਤੋਂ ਸੁਣਾਂਗੇ ਨਾ, ਉਹਦੇ ਕੰਨਾਂ ਦੇ ਨਾਲ, ਅੱਖਾਂ ਦੇ ਨਾਲ ਦਰਸ਼ਨ ਕਰਾਂਗੇ, ਤੇ ਗੁਰੂ ਜੀ ਕਹਿੰਦੇ ਨੇ, ਸਾਨੂੰ ਸਮਝਾਉਂਦੇ ਨੇ, ਤਿੰਨ ਸਗਲੀ ਚਿੰਤ ਮਿਟਾਈ। ਉਹ ਰੱਬ ਦੇ ਪਿਆਰੇ ਸਿੱਖਾ, ਜਿਹੜੀਆਂ ਤੇਰੀਆਂ ਚਿੰਤਾ ਨੇ ਨਾ, 24 ਘੰਟੇ ਤੂੰ ਚਿੰਤਾ ਦੇ ਵਿੱਚ ਦਿਨ ਤੇ ਰਾਤ ਡੁੱਬਿਆ ਰਹਿਣਾ ਏ। ਤਿੰਨ ਸਗਲੀ ਚਿੰਤ ਮਿਟਾਈ, ਕਿ ਤੇਰੀਆਂ ਚਿੰਤਾ ਖਤਮ ਹੋ ਜਾਣਗੀਆਂ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇਗਾ ਨਾ, ਤੇ ਗੁਰੂ ਦੀ ਬਾਣੀ ਸੁਣੇਗਾ, ਅੱਖਾਂ ਦੇ ਨਾਲ ਦਰਸ਼ਨ ਕਰੇਗਾ ਗੁਰੂ ਦੇ, ਤੇ ਕੰਨਾਂ ਦੇ ਵਿੱਚ ਤੇਰੇ ਗੁਰੂ ਦਾ ਅੰਮ੍ਰਿਤ ਰਸ ਪਵੇਗਾ, ਤੇ ਫਿਰ ਤੈਨੂੰ ਤੇਰੀਆਂ ਸਾਰੀਆਂ ਚਿੰਤਾ ਖਤਮ ਹੋ ਜਾਣਗੀਆਂ ਭਾਈ। ਤੇ ਸਤਿਗੁਰੂ ਇਹ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ। ਤੇ ਪਹਿਲਾ ਪ੍ਰਕਾਸ਼ ਪੂਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1604 ਨੂੰ ਅੱਜ ਦੇ ਦਿਨ ਆਦਿ ਗ੍ਰੰਥ ਸਾਹਿਬ ਪ੍ਰਕਾਸ਼ ਸਨ, ਤੇ 1604 ਈਸਵੀ ਵਿੱਚ ਹੋਇਆ। ਤੇ ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ, ਮਤਲਬ ਸੰਗਤਾਂ ਬਹੁਤ ਜ਼ਿਆਦੀਆਂ ਇਕੱਠੀਆਂ ਹੋਈਆਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ। ਤੇ ਰਾਮਸਰ ਸਾਹਿਬ ਤੋਂ ਚੱਲ ਕੇ ਸੰਗਤਾਂ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀ ਸ੍ਰੀ ਹਰਿਮੰਦਰ ਸਾਹਿਬ ਤੱਕ ਪੁੱਜੇ ਜੀ। ਗੱਜ ਕੇ ਜਪਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ। ਰਾਮਸਰ ਤੋਂ ਸ੍ਰੀ ਦਰਬਾਰ ਸਾਹਿਬ, ਜਿੱਥੇ ਗੁਰੂ ਦੀ ਨਗਰੀ ਹੈ ਗੁਰੂ ਰਾਮਦਾਸ, ਜਿੱਥੇ ਅੱਜ ਵੀ 24 ਘੰਟੇ ਸੰਗਤਾਂ ਬੇਅੰਤ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਕਿੰਨੀਆਂ ਸੰਗਤਾਂ ਗੁਰੂ ਦੇ ਦਰਸ਼ਨ ਕਰਦੀਆਂ। ਰਾਮਸਰ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਤੇ ਗੁਰੂ ਜੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਅਕਾਲ ਤਖਤ ਸਾਹਿਬ ਸੰਗਤਾਂ ਲੈ ਕੇ ਗਈਆਂ ਨੇ ਸ੍ਰੀ ਹਰਿਮੰਦਰ ਸਾਹਿਬ। ਤੇ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ ਦਿੱਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ। ਤੇ ਗੁਰੂ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਚਵਰ ਕਰਦੇ ਨਾਲ ਜਾ ਰਹੇ ਹਨ। ਜਿਵੇਂ ਆਪਾਂ ਵੀ ਘਰਾਂ ਦੇ ਵਿੱਚ ਗੁਰੂ ਦਾ ਸਰੂਪ ਲੈ ਕੇ ਜਾਂਦੇ ਆ, ਇੱਕ ਸਿੰਘ ਦੇ ਸਿਰ ਤੇ ਪੀੜਾ ਰੱਖ ਕੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਜਾਂਦਾ ਹੈ ਨਾ, ਤੇ ਪਹਿਲਾਂ ਵੀ ਇਸ ਤਰ੍ਹਾਂ ਹੀ ਸਤਿਕਾਰ ਕੀਤਾ ਜਾਂਦਾ ਹੈ। ਤੇ ਨਾਲ ਪੰਚਮ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ਼ਹੀਦਾਂ ਦੇ ਸਿਰਤਾਜ ਪਹਿਲੇ ਗ੍ਰੰਥੀ ਜੋ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਸਿਰ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੀਸ ਤੇ ਰੱਖਿਆ ਹੋਇਆ ਸਰੂਪ, ਤੇ ਪਿੱਛੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਆਪਣੇ ਚਵਰ ਕਰਦੇ ਜਾ ਰਹੇ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਉੱਪਰ ਚਵਰ ਸਾਹਿਬ ਦਾ ਉਹ ਕਰਦੇ ਜਾ ਰਹੇ ਨੇ। ਤੇ ਗੁਰੂ ਪਿਆਰਿਓ, ਗੁਰੂ ਅਰਜਨ ਦੇਵ ਜੀ ਚਵਰ ਕਰਦੇ ਜਾ ਰਹੇ ਨੇ। ਤੇ ਪਹਿਲਾ ਪ੍ਰਕਾਸ਼ ਭਾਦਰੋਂ ਸੁਦੀ ਪਹਿਲੀ ਸੰਮਤ 1601 ਸਤੰਬਰ 1404 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਜੀ। ਤੇ ਗੁਰੂ ਦੇ ਪਿਆਰੇ ਸਿੱਖੋ, ਜੋ ਅਸੀਂ ਗੱਲ ਕਰ ਰਹੇ ਆ ਨਾ, ਇਹ ਪਹਿਲਾ ਪ੍ਰਕਾਸ਼ ਗੁਰਪੁਰਬ ਹੈ ਜੋ ਸਾਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਤੇ ਪਿਆਰਿਓ, ਪਹਿਲਾ ਪ੍ਰਕਾਸ਼ ਅੱਜ ਦੇ ਦਿਨ ਕੀਤਾ ਗਿਆ ਸੀ, ਤੇ ਬਾਬਾ ਬੁੱਢਾ ਜੀ ਨੂੰ ਇਹ ਸੁਭਾਗ ਮਿਲਿਆ। ਉਸ ਵੇਲੇ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਸਨ, ਤੇ ਰੂਹਾਨੀਅਤ ਦੇ ਮੁੱਝ ਸਮੇਂ ਦੇ ਸਿੱਖੀ ਜੀਵਨ ਦੀ ਸਾਕਾਰ ਮੂਰਤ ਜਾਨ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਜੋ ਨਿਯੁਕਤ ਕੀਤੇ ਗਏ, ਜਿਨ੍ਹਾਂ ਨੂੰ ਪਹਿਲਾ ਖਿਤਾਬ ਮਿਲਿਆ ਪਹਿਲੇ ਗ੍ਰੰਥੀ ਸਿੰਘ ਹੋਣ ਦਾ,
वो धन धन बाबा बुढ़ा साहब जी नूं मिलिया, जिन्हां ने पहला प्रकाश भी किया ते पहले ग्रंथी साहबान भी चुने गए। ते धन धन बाबा बुढ़ा साहब जी जिन्हां दा सारियां तो पहला नाम आउंदा है। जे अज सानू की पुछ लवे साडे बच्चियां नूं कि जो पहला प्रकाश किया सी वो किने किया सी, अपने बच्चों नूं असीं दसीए कि बाबा बुढ़ा जी नूं इस भाग प्राप्त होया सी। ते पंचम पातशाह शहीदां दे सिरताज ने ये बाबा बुढ़ा जी नूं सुभाग बख्शिया। बाबा बुढ़ा जी की भी पदवी बहुत उच्ची सी। गुरु नानक पातशाह तो लैके छेवें पातशाह तक नाल चले ते छेवें पातशाह नूं भी तिलक बाबा बुढ़ा जी ने लाया सी। गज के जपना जी सतनाम श्री वाहिगुरु। गुरु दे प्यारे सिखो, जो पहले ग्रंथी साहबान होए ने वो बाबा बुढ़ा जी ने। ते जे कदी भी असीं अपने बच्चों नूं दसना है ते पहला प्रकाश किने कीता ते पहला ग्रंथी सिंह कौन सी, जिन्होंने ये पहला खिताब मिलिया वो बाबा बुढ़ा साहब जी सी। ते गुरु दे प्यारे सिखो, जिन्हां ने अपने कर कमलों के नाल पंचम पातशाह जी की हजूरी दे विच उन्हां दे संबंध दे विच जो कि पहला प्रकाश किया। ते गुरु दे प्यारे सिखो, धन धन श्री गुरु ग्रंथ साहिब महाराज जी का प्रकाश होया ते संगतां नूं कोटन कोट मुबारकां दित्तियां ने पंचम पातशाह जी ने। कहंदे अज गुरु ग्रंथ साहिब जी का प्रकाश है प्यारिओ, ते आप सारियां संगतां नूं लख लख बधाई होवे। जुगो जुग अटल धन धन श्री गुरु ग्रंथ साहिब जी। गुरु ग्रंथ साहिब जी का पाठ दर्शन दीदार का ध्यान करके बोलना जी सतनाम श्री वाहिगुरु जी। असीं भी बोलते हैं ना जो अरदास बेनती करते हैं, गुरु ग्रंथ साहिब जी के पाठ दर्शन दीदार का ध्यान करके बोलो जी वाहिगुरु। ये सिखां दे धार्मिक ग्रंथ का पहला रूप पोथियां सन। जिहड़ी पहला बाणी सी ना वो पोथियां विच लिखी हुई सी ते जिन्हां विच पहले 4 गुरुआं की बाणी दर्ज की हुई सी। ते फिर पंचम पातशाह जी धन धन श्री गुरु अर्जन देव महाराज जी ने संपूर्ण ग्रंथ ते मनोरथ नाल ये बाणी प्राप्त की अते बाणी 31 संतां भगतां दी रचनावां शामिल करते हुए एक अनोखा संग्रह तैयार किया। इस ग्रंथ नूं धन श्री गुरु ग्रंथ साहिब महाराज जी नूं लिखण वास्ते जदों चोण की ना पंचम पातशाह जी ने, इनू लिख कौन सकता है। उस समय भाई गुरदास जी नूं ये मौका सौंपिया गया कि भाई तुसी गुरु ग्रंथ साहिब जी की बाणी लिखनी है। ते पंचम पातशाह जी ने बाणी लिखाई ते भाई गुरदास जी ने बाणी लिखी। 1604 नूं इस संग्रह श्री दरबार साहब अमृतसर विखे प्रकाश किया गया। ते इस तरह सिखां नूं धार्मिक ग्रंथ वजों मानता दे दी गई। इस ग्रंथ नूं रूहानीयत का उचेचा दर्जा दिता। हुण अज असीं भी अपने गुरु नूं उच्चा ते सुच्चा दर्जा देंदे आ। उस समय भी इस धन श्री गुरु ग्रंथ साहिब महाराज जी नूं रूहानीयत का उच्चा दर्जा दिता पंचम पातशाह जी ने। श्री गुरु अर्जन देव जी ने खुद कह दिता कि क्योंकि श्री गुरु ग्रंथ साहिब जी की हाजरी विच आप विराजमान हुंदे सन ते सिखां दे इस ग्रंथ नूं पहला पोथी साहिब का नाम दिता गया ते बाद विच बदल के धन धन श्री गुरु ग्रंथ साहिब महाराज जी का खिताब दिता गया। ते गुरु ग्रंथ साहिब जी की संपूर्णता दिवसता नूं कोटन कोट बधाई होवे ते पावन श्री गुरु ग्रंथ साहिब जी के स्वरूप की आरंभता निरंकार द्वारा श्री गुरु नानक साहिब तो अते दूसरे गुरु
ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇ ਪੰਜਮ ਪਾਤਸ਼ਾਹ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਇਸ ਤੋਂ ਬਿਨਾ ਗੁਰੂ ਸਾਹਿਬਾਨ ਵੱਲੋਂ ਭਗਤਾਂ ਦੀ ਬਾਣੀ ਤੇ ਭੱਟਾਂ ਦੀ ਬਾਣੀ ਜੋ ਬਚਨ ਪ੍ਰਭੂ ਦੀ ਯਾਦ ਦਿਵਾਉਂਦੇ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭਗਤਾਂ ਦੀ ਬਾਣੀ ਵੀ ਲਿਖੀ ਗਈ ਹੈ ਤੇ ਭੱਟਾਂ ਦੀ ਬਾਣੀ ਵੀ ਲਿਖੀ ਗਈ ਹੈ। ਤੇ ਗੁਰੂ ਪਿਆਰਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗ ਨੇ ਤੇ 31 ਰਾਗਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਬਾਣੀ ਉਚਾਰੀ ਗਈ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗ ਨੇ ਤੇ ਵੱਖਰੇ ਵੱਖਰੇ ਰਾਗਾਂ ਦੇ ਵਿੱਚ ਬਾਣੀ ਉਚਾਰੀ ਗਈ ਹੈ। ਪਿਆਰਿਓ, ਇਹਦੇ ਵਿੱਚ ਭਗਤਾਂ ਦੀ ਬਾਣੀ ਵੀ ਹੈ ਤੇ ਗੁਰੂ ਪਿਆਰਿਓ ਭੱਟਾਂ ਦੀ ਬਾਣੀ ਵੀ ਹੈ। ਤੇ ਜੋ ਸਾਨੂੰ ਗੁਰੂ ਜੀ ਦੇ ਬਚਨਾਂ ਨੂੰ ਪ੍ਰਭੂ ਦੀ ਯਾਦ ਦਿਵਾਉਂਦੇ ਹਨ ਸਾਨੂੰ ਤੇ ਸਾਂਭ ਸੰਭਾਲ ਲਿਆ ਗਿਆ। ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬਚਨ ਪੋਥੀ ਰੂਪ ਲਿਖ ਦਿੱਤੇ ਸਨ। ਤੇ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨਾ ਤੇ ਇਸ ਪੋਥੀ ਨੂੰ ਸੌਂਪਣਾ ਕੀਤਾ ਤੇ ਉਹਨਾਂ ਨੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਹਨਾਂ ਅੰਮ੍ਰਿਤ ਬਚਨਾਂ ਦੀ ਪ੍ਰਵਾਹ ਸੀ। ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਿਰੰਤਰ ਚੱਲਦਾ ਰਿਹਾ। ਇਸ ਪਾਵਨ ਪੋਥੀ ਵਿੱਚ ਰੂਪ ਵਿੱਚ ਇੱਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਨੂੰ, ਫਿਰ ਤੀਜੇ, ਫਿਰ ਚੌਥੇ ਤੇ ਫਿਰ ਪੰਚਮ ਪਾਤਸ਼ਾਹ ਨੂੰ ਪ੍ਰਾਪਤ ਹੋਏ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ, ਰਹਿਮਤਾਂ ਦੇ ਦਾਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਿਗੁਰਾਂ ਜੀ ਨੇ ਮਨੁੱਖਤਾ ਦੇ ਦੁੱਖ ਹਰਨ ਲਈ ਭੱਟਾਂ ਅਤੇ ਗੁਰੂ ਘਰ ਵੱਲੋਂ ਵਰਸਾਏ ਹੋਏ ਸਿੱਖਾਂ ਦੀ ਬਾਣੀ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਦ ਗ੍ਰੰਥ ਦਾ ਸੰਕਲਪ ਕੀਤਾ ਤੇ ਭਾਈ ਗੁਰਦਾਸ ਜੀ ਨੂੰ ਗੁਰਮਤਿ ਉੱਤੇ ਵਿਦਵਾਨ ਦੇ ਮੁਖੀ ਪ੍ਰਬੰਧਕਾਂ ਵਿੱਚੋਂ ਇੱਕ ਚੁਣਿਆ ਗਿਆ। ਤੇ ਗੁਰੂ ਜੀ ਨੇ ਰਾਮਦਾਸ ਸਰੋਵਰ ਦੇ ਕਿਨਾਰੇ ਤੇ ਜਦੋਂ ਬਾਣੀ ਲਿਖੀ ਗਈ ਨਾ ਤੇ ਜਿੱਥੇ ਸਰੋਵਰ ਹੈ ਗੁਰੂ ਦੀ ਹਜ਼ੂਰ, ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਪਾਸੇ ਹਰਿਮੰਦਰ ਸਾਹਿਬ ਜੀ ਦੇ ਬੈਠ ਕੇ ਸਰੋਵਰ ਦੇ ਕਿਨਾਰੇ ਤੇ ਪੰਚਮ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਕੋਲ ਬਿਠਾ ਕੇ ਸ਼ਹੀਦਾਂ ਦੇ ਸਿਰਤਾਜ ਨੇ ਸਾਰੀਆਂ ਬਾਣੀਆਂ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਲਿਖਾਈਆਂ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗ੍ਰੰਥ ਦਾ ਸੰਕਲਪ ਕੀਤਾ ਤੇ ਭਾਈ ਗੁਰਦਾਸ ਜੀ ਨੂੰ ਉੱਚੇ ਤੌਰ ਤੇ ਚੁਣਿਆ ਗਿਆ। ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇੱਕ ਸਨ ਭਾਈ ਗੁਰਦਾਸ ਜੀ ਤੇ ਗੁਰੂ ਰਾਮਦਾਸ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਪੰਚਮ ਪਾਤਸ਼ਾਹ ਜੀ ਦੀ ਗਵਾਹੀ ਵਿੱਚ, ਇਹ ਨਹੀਂ ਕਿ ਆਮ ਇਨਸਾਨ ਸੀ ਜਿਹਨੇ ਬਾਣੀ ਦਿਖਾ ਦਿੱਤੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਬਾਣੀ ਲਿਖੀ ਗਈ। ਭਾਈ ਉੱਗੇ ਤੌਰ ਤੇ ਵਿਦਵਾਨ ਜੋ ਕਿ ਗੁਰੂ ਗੁਰਦਾਸ ਜੀ ਨੂੰ ਇਹ ਮੌਕਾ ਸੌਂਪਿਆ ਗਿਆ ਤੇ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਇਹ ਸਾਰੀ ਬਾਣੀ ਬੀੜ ਨੂੰ ਲਿਖਣ ਦੀ ਸੇਵਾ ਨਿਭਾਈ ਗਈ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਮੁੱਚੀ ਬਾਣੀ ਨੂੰ ਰਾਗਾਂ ਵਿੱਚ ਤਰਕੀਬ ਅਨੁਸਾਰ ਲਿਖਾਇਆ ਤੇ ਬਾਣੀ ਨੂੰ ਲਿਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ। ਤੇ ਗੁਰੂ ਦੇ ਪਿਆਰੇ ਸਿੱਖੋ, ਇਹ ਪੰਚਮ ਪਾਤਸ਼ਾਹ ਪਿੱਛੋਂ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਤੇ ਸੰਪਰਕ ਦਾ ਮਹਾਨ ਕਾਰਜ ਇਹ 1661 ਨੂੰ ਸ਼ੁਰੂ ਹੋਇਆ ਤੇ 1604 ਨੂੰ ਸੰਪੂਰਨ ਹੋਇਆ।
जो बाणी लिखण का काम रचिया गया ना, ये 1661 बिकमरी नूं शुरू होया सी ते 1604 नूं जाके संपूर्ण होया। उपरंत श्री गुरु ग्रंथ साहिब जी के स्वरूप इसे साल भादरों की सुदी एकम वाले दिन बाबा बुढ़ा जी के सीस उपर विराजमान किया गया ते बड़े धूम-धाम दे नाल नगर कीर्तन के नाल अज भी नगर कीर्तन निकलते हैं। अज भी संगतां बड़ा प्यार करदियां ने नगर कीर्तन नूं। जदों भादरों सुदी एकम वाले दिन बाबा बुढ़ा साहब जी के सीस के उपर धन श्री गुरु ग्रंथ साहिब महाराज जी का स्वरूप संगतां की समूलीयत नाल सतनाम वाहिगुरू का जाप करदियां ते फुल्लां की वर्खा करदियां होइयां पूर्ण श्रद्धा सत्कार अते प्यार दे नाल सुंदर पीढ़े ते सभाईमान किया गया। गज के जपना जी सतनाम श्री वाहिगुरू। अज भी असी घरां विच लैके जाने आ ते सतनाम दा वाहिगुरू दा जाप करते हुए घरां विच जाईदा है ते उस समय भी पंचम पातशाह जी ने बड़े प्यार सत्कार दे नाल चौर साहब करदियां धन श्री गुरु ग्रंथ साहिब महाराज जी के उपर सतनाम वाहिगुरू के जाप करदियां ते फुल्लां की वर्खा करदियां होइयां एडा सत्कार ते फुल्लां की वर्खा करते हुए पूर्ण श्रद्धा सत्कार प्यार भावना के नाल पीढ़े ते सभाईमान जो पीढ़ा धन श्री गुरु ग्रंथ साहिब महाराज प्रकाशमान ने अज पालकियां आ गईयां ते पहला उस समय पालकियां नहीं सी होया करदियां। अज दिन ते रात संगतां दी सोच है बदलती जा रही है। अज भी तुसीं मैनूं माफ करियो जदों असीं गुरु ग्रंथ साहिब जी का प्रकाश गुरु की हजूरी विच कीता हुंदा है ना हरमंदर साहिब की नगरी दे विच ते तुसीं जाके उत्थे निगाह मारियो कदी भी उत्थे पालकी दे विच नहीं प्रकाश कीता होया। दिन ते रात जो साडी सोच है बदलती जा रही है। असी अज पालकियां लै आंदियां गुरु ग्रंथ साहिब वास्ते ते पहला पीढ़े दी प्रकाश किया जाता सी पुराने समय दे ते अज भी कई थावां ते तुसीं दुखनिवारण साहिब भी चले जाओ पटियाले उत्थे भी पालकी नहीं रखी हुई उत्थे वो पालकी बनाई हुई है सारे पासियों पर पालकी दे विच उत्थे प्रकाश नहीं किया होया। इस तरह गुरु के प्यारे सिखो पीढ़े ते प्रकाशमान किया गया ते गुरु के प्यारे सिखो एकम वाला दिन सी ते संगतां दे भावना दे नाल सत्कार दे नाल पीढ़े ते सभाईमान किया गया। फिर श्री गुरु ग्रंथ साहिब जी अर्जन देव जी की हाजरी विच समूह संगतां ने धन श्री गुरु ग्रंथ साहिब महाराज जी के सन्मुख विराजमान होकर बाबा बुढ़ा जी नूं पहले ग्रंथी का थापड़ा दिता। गज के जपना जी सतनाम श्री वाहिगुरू जी। जो थापड़ा दिता कि अज तो तुसीं श्री हरमंदर साहिब जी के ग्रंथी साहिबान हो। अज तो तुसीं गुरु ग्रंथ साहिब जी की सेवा संभाल थोड़े जुमे है ते तुसीं गुरु ग्रंथ साहिब जी का प्रकाश करना है ते जो भी सेवा बनती है वो तुसीं करनी है। ते थापड़ा दिता ते पहले ग्रंथी चुने गए बाबा बुढ़ा साहब जी प्रकाश करके उपरंत हुक्मनामा साहिब लिया गया। बाबा बुढ़ा साहब जी ने प्रकाश किया गुरु ग्रंथ साहिब जी का ते हुक्मनामा साहिब लिया गया जो कि 783 अंग ते हुक्मनामा साहिब है ते जो कि हुक्मनामा आओ सारिया संगतां एक बारी दोबारा सरवण करिए जी। गुरु के प्यारे सिखो संतां के कारज आप खुलोया हर काम करामने आया राम। गुरु के प्यारे सिखो ये बात आया गुरु का हुक्म आया ते धन श्री गुरु ग्रंथ साहिब महाराज जी तुसीं संतां दे कारज आप सवारने ने संगतां दे कारज तुसीं आप सवारने ने। वो कमां दे विच जाके किसी गुरसिख की अरदास बेनती है किसी गुरसिख की भावना है
ਤੁਸੀਂ ਉੱਥੇ ਜਾ ਕੇ ਇਹ ਕੰਮਾਂ ਨੂੰ ਆਪ ਸਵਾਰਨਾ ਹੈ ਤੇ ਆਪਣੇ ਗੁਰਸਿੱਖਾਂ ਦੇ ਸਿਰ ਤੇ ਮੇਰਾ ਭਰੇ ਹੱਥ ਰੱਖਣੇ ਨੇ। ਹੁਕਮਨਾਮਾ ਸਭ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਕੰਮ ਕਰਾਵਣ ਆਇਆ ਰਾਮ। ਧਰਤ ਸਹਾਵੀ ਤਾਲ ਸਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਧਰਤੀ ਸੁਹਾਵੀ ਹੋਈ ਜਿੱਥੇ ਗੁਰੂ ਦੇ ਚਰਨ ਪਏ, ਜਿੱਥੇ ਗੁਰੂ ਦਾ ਪ੍ਰਕਾਸ਼ਮਾਨ ਹੋਇਆ, ਉਹ ਧਰਤੀ ਭਾਗਾਂ ਵਾਲੀ ਹੋ ਗਈ। ਅੱਜ ਤੋਂ ਬਾਅਦ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਕਿ ਗੁਰੂ ਦੇ ਪਿਆਰੇ ਸਿੱਖੋ, ਇੱਥੇ ਸਤਿਗੁਰੂ ਜੀ ਸਮਝਾਉਂਦੇ ਨੇ, ਸਾਰੀਆਂ ਸੰਗਤਾਂ ਨੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ ਜੀ, ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦੀਆਂ ਕੋਟਨ ਕੋਟ ਵਧਾਈਆਂ ਹੋਣ ਤੇ ਲੱਖ ਲੱਖ ਵਧਾਈਆਂ ਹੋਣ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਰਿਆਂ ਨੂੰ ਗੁਰਸਿੱਖੀ ਦੀ ਦਾਤ, ਬਾਣੀ ਤੇ ਬਾਣੇ ਦੀ ਦਾਤ, ਚੜ੍ਹਦੀ ਕਲਾ ਵਾਲਾ ਜੀਵਨ, ਉੱਚਾ ਤੇ ਸੁੱਚਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ। ਗੁਰੂ ਦੇ ਪਿਆਰੇ ਸਿੱਖੋ, ਜਿਨ੍ਹਾਂ ਚ ਵੀ ਦਾਸ ਨੂੰ ਕੋਈ ਇਤਿਹਾਸ ਆਉਂਦਾ ਸੀ ਜਾਂ ਪੋਥੀ ਸਾਹਿਬ ਤੋਂ ਵੇਖ ਕੇ ਸੁਣਾਇਆ ਗਿਆ, ਬਾਣੀ ਨੂੰ ਪੜ੍ਹਦਿਆਂ, ਬਾਣੀ ਨੂੰ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਾਧ ਸੰਗਤ ਬਖਸ਼ਣਯੋਗ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਜੋ ਗੁਰੂ ਜੀ ਦੇ ਜੀ ਬਚਨ ਸੁਣੇ ਨੇ, ਇਹ ਬਚਨਾਂ ਤੇ ਚੱਲਣ ਦੀ ਖਿਚਲਾ ਕਰੀਏ, ਗੁਰੂ ਦੀ ਬਾਣੀ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜੀਏ, ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਆ ਕਰੀਏ, ਤਾਂ ਹੀ ਸਾਡਾ ਜੋ ਸਿੱਖੀ ਸਰੂਪ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਇਹ ਯੁਗਾਂ ਯੁਗਾਂਤਰਾਂ ਤੋਂ ਚਲਦੀ ਆਉਂਦੀ ਹੈ ਤੇ ਇਸੇ ਤਰ੍ਹਾਂ ਚਲਦੀ ਰਹੇਗੀ। ਜੇ ਅੱਜ ਜੋ ਵੇਖਣ ਦਾ ਸਮਾਂ ਵਿਖ ਰਿਹਾ ਨਾ, ਜੋ ਸਾਡੀ ਆਉਣ ਵਾਲੀ ਪੀੜ੍ਹੀ ਹੈ, ਉਹ ਗੁਰਸਿੱਖੀ ਲੈਣ ਨੂੰ ਛੱਡਦੀ ਜਾ ਰਹੀ ਹੈ। ਪਿਆਰੇ ਸਿੱਖੋ, ਜੇ ਅਸੀਂ ਗੁਰਸਿੱਖ ਹੋਵਾਂਗੇ ਤਾਂ ਸਾਡੇ ਬੱਚੇ ਗੁਰਸਿੱਖ ਹੋਣਗੇ। ਇਹ ਮਾਂ ਪਿਓ ਤੋਂ ਹੀ ਰੀਹ ਚੱਲਦੀ ਹੈ। ਜੇ ਮਾਂ ਪਿਓ ਚੰਗੇ ਕਰਮ ਕਰਨਗੇ ਤੇ ਬੱਚੇ ਵੀ ਚੰਗੇ ਕਰਮ ਕਰਨਗੇ। ਜੇ ਮਾਂ ਪਿਓ ਬਾਣੀ ਪੜ੍ਹਦੇ ਹੋਣਗੇ ਤੇ ਅੱਗੇ ਬੱਚੇ ਵੀ ਬਾਣੀ ਪੜ੍ਹਨਗੇ। ਮੰਦੇ ਅਮਲ ਕਰੇਂਦਿਆਂ ਕੋਈ ਨਾ ਬੇਲੀ ਤੇਰਾ ਰਾਮ। ਜੇ ਸਾਡੇ ਚੰਗੇ ਕਰਮ ਨਹੀਂ, ਅਸੀਂ ਚੰਗੇ ਕਰਮ ਨਹੀਂ ਕਮਾ ਰਹੇ, ਰੋਜ਼ ਬਾਣੀ ਵਿੱਚ ਸਾਨੂੰ ਤੀਜੇ ਪਾਤਸ਼ਾਹ ਕਹਿੰਦੇ ਨੇ, ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਅਸੀਂ ਉਹ ਕੰਮ ਨਾ ਕਰੀਏ ਜਿਹੜਾ ਕਰਕੇ ਸਾਨੂੰ ਬਾਅਦ ਵਿੱਚ ਪਛਤਾਉਣਾ ਪਵੇ। ਅਸੀਂ ਐਸੇ ਕਰਮ ਕਰੀਏ, ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਈਏ, ਗੁਰੂ ਦੇ ਘਰ ਵਿੱਚ ਲੈ ਕੇ ਆਇਆ ਕਰੋ, ਗੁਰੂ ਦੇ ਬਾਣੀ ਦੇ ਧਾਰਮਿਕ ਹੋਈਏ। ਪੀਵੋ ਪਾਹੁਲ ਖੰਡ ਧਾਰ, ਹੋਏ ਜਨਮ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਸੀਂ ਗੁਰੂ ਦੇ ਸਿੱਖ ਬਣਨਾ ਹੈ, ਗੁਰੂ ਦੀ ਬਾਣੀ ਪੜ੍ਹਨੀ ਹੈ, ਗੁਰੂ ਦੀ ਬਾਣੀ ਨੂੰ ਵਿਚਾਰਨਾ ਹੈ, ਗੁਰੂ ਦੀ ਬਾਣੀ ਨੂੰ ਹਿਰਦਿਆਂ ਵਿੱਚ ਵਸਾਉਣਾ ਹੈ। ਆਪਣੇ ਗੁਰੂ ਦੇ ਲੜ ਲੱਗੋ, ਗੁਰੂ ਨੂੰ ਸ਼ਬਦ ਨੂੰ ਕਮਾਓ ਤੇ ਗੁਰੂ ਦੀ ਖੋਜ ਕਰੋ। ਅਸੀਂ ਰੋਜ਼ ਹੀ ਪੜ੍ਹਦੇ ਹਾਂ ਦੋਹਰਾ ਸਾਹਿਬ ਦੇ ਵਿੱਚ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਦੋਹਰਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਜੀ ਕਹਿੰਦੇ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਸਾਨੂੰ ਕੱਲਿਆਂ ਨੂੰ ਨਹੀਂ ਕਹਿ ਕੇ ਗਏ, ਚੌ ਵਰਨਾ ਕੋ ਸਾਂਝਾ ਉਪਦੇਸ਼। ਇਹ ਚਾਰੇ ਵਰਨਾਂ ਨੂੰ ਸਾਨੂੰ ਸਾਂਝਾ ਉਪਦੇਸ਼ ਦੇ ਕੇ ਗਏ ਨੇ ਗੁਰੂ ਦੇ ਪਿਆਰੇ ਸਿੱਖੋ, ਕਿ ਚਾਰੇ ਯੁੱਗਾਂ ਦੇ ਵਿੱਚ ਹੀ ਗੁਰੂ ਦੀ ਕਿਰਪਾ ਹੋਵੇਗੀ। ਚਾਰੇ ਯੁੱਗਾਂ ਦੇ ਵਿੱਚ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇਗਾ। ਸਾਰੇ ਥਾਂ ਤੇ ਗੁਰੂ ਦੇ ਹੁਕਮ ਦੀ ਪਾਲਣਾ ਹੋਵੇਗੀ। ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਕਰੋ, ਗੁਰੂ ਦੀ ਬਾਣੀ ਪੜ੍ਹਿਆ ਕਰੋ। ਪਿਆਰੇ ਸਿੱਖੋ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸਹਾਵੀ ਤਾਲ ਸਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ
ਤੇ ਗੁਰੂ ਘਰ ਵੱਲੋਂ ਲੱਖ ਲੱਖ ਵਧਾਈਆਂ ਹੋਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ। आओ सारिया संगतां एक पंक्ति बोल के फतेह दी सांझ पाइए। वाहिगुरु नाम जहाज है चढ़े सो उतरे पार, जो शरदा कर सेवंदे गुर पारे उतारन हार। वाहिगुरु नाम जहाज है चढ़े सो उतरे पार, जो शरदा कर सेवंदे गुर पारे उतारन हार। वाहिगुरु जी का खालसा, वाहिगुरु जी की फतेह।